ਪਿਆਰੇ ਦਰਸ਼ਕੋ, ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਇਹ ਸ਼ੋਅ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ। ਉਹਨਾਂ ਨਾਲ ਗੱਲ ਕਰਾਂਗੇ ਸਿੰਘ ਸਭਾ ਲਹਿਰ ਬਾਰੇ। ਸਿੰਘ ਸਭਾ ਲਹਿਰ ਅੱਜ ਤੋਂ 150 ਸਾਲ ਪਹਿਲਾਂ ਇਹ ਖੜੀ ਕੀਤੀ ਗਈ ਸੀਗੀ। ਜਿਹੜੇ ਕਾਰਨਾਂ ਕਰਕੇ ਖੜੀ ਕੀਤੀ ਗਈ, ਬਣਾਈ ਗਈ, ਇਹਦੀ ਉਸਾਰੀ ਕੀਤੀ ਗਈ, ਉਹ ਕਾਰਨ ਅੱਜ ਵੀ ਉਸੇ ਤਰ੍ਹਾਂ ਹੀ ਮੌਜੂਦ ਨੇ। ਸਗੋਂ ਵਿੱਚ ਨੂੰ ਜਿਹੜਾ ਹੋਰ ਵੀ ਵੱਧ ਅੱਜ ਦੇ ਸਮੇਂ 'ਚ ਲੋੜ ਪੈ ਗਈ ਹੈ, ਕਿਉਂਕਿ ਉਹ ਕਾਰਨ ਪਹਿਲਾਂ ਨਾਲੋਂ ਵੀ ਵੱਡੇ ਪੱਧਰ 'ਤੇ ਸਾਡੇ ਸਾਹਮਣੇ ਆਏ ਅਤੇ ਉਹਦੇ ਨਾਲ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਹੜਾ ਫਲਸਫਾ ਹੈ, ਉਹਦੇ ਤੋਂ ਜਿਹੜਾ ਮੂੰਹ ਮੋੜਨ ਦੇ ਯਤਨ ਕੀਤੇ ਗਏ, ਉਹਦੀਆਂ ਸਿੱਖਿਆਵਾਂ ਨੂੰ ਲਾਗੂ ਕਰਨ ਦੇ ਵਿੱਚ ਕਈ ਤਰ੍ਹਾਂ ਦੇ ਵਿਗਾੜ ਆਏ। ਅਤੇ ਅੱਜ ਜਿਹੜੀ ਹੈ, ਜਦੋਂ 150 ਸਾਲਾ ਸਿੰਘ ਸਭਾ ਲਹਿਰ ਦਾ ਮਨਾਇਆ ਜਾ ਰਿਹਾ, ਤੇ ਅਸੀਂ ਜਸਪਾਲ ਸਿੰਘ ਸਿੱਧੂ ਹੋਣਾ ਤੋਂ ਜਾਣਨਾ ਚਾਹਾਂਗੇ ਕਿ ਅੱਜ ਕੀ ਉਹ ਪ੍ਰੋਗਰਾਮ ਜਿਹੜਾ ਇਹਦੇ ਤੇ ਦੇਣਾ ਚਾਹੁੰਦੇ ਆ, ਕੀ ਕਰਨਾ ਚਾਹੁੰਦੇ ਆ, ਕਿਵੇਂ ਸਿੰਘ ਸਭਾ ਲਹਿਰ ਦੀ ਪੁਨਰ ਸਰਜੀਤੀ ਕਿਵੇਂ ਹੋਵੇ, ਕੀ ਕਰਨਾ ਲੋੜੀਏ। ਮਤਲਬ ਮੈਂ ਸਮਝਦਾ ਇਸ ਦੌਰ ਦੇ ਵਿੱਚ ਉਹਦੇ ਤੇ ਉਹ ਕਿਵੇਂ ਅੱਗੇ ਵਧਣਗੇ, ਕਿਵੇਂ ਲਹਿਰ ਜਿਹੜੀ ਅੱਗੇ ਵਧਾਈ ਜਾਏਗੀ, ਕਿਉਂਕਿ ਜਿਹੜੀ ਸਿੱਖੀ ਹੈ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਦਾ ਫਲਸਫਾ ਹੈ, ਜਿੰਨਾ ਚਿਰ ਉਹਨੂੰ ਲਾਗੂ ਨਾ ਕੀਤਾ ਜਾਵੇ, ਉਹਨਾਂ ਚਿਰ ਮੇਰਾ ਨਹੀਂ ਖਿਆਲ ਕੋਈ ਅੱਛਾ ਸਿਸਟਮ ਜਿਹੜਾ ਉਹਨੂੰ ਬਿਲਡ ਕੀਤਾ ਜਾ ਸਕਦਾ, ਉਹਨੂੰ ਸਥਾਪਿਤ ਕੀਤਾ ਜਾ ਸਕਦਾ। ਉਹਦੀ ਸਥਾਪਤੀ ਲਈ ਜ਼ਰੂਰੀ ਹੈ ਕਿ ਉਹਦੀਆਂ ਸਿੱਖਿਆ ਦਾ ਪ੍ਰਚਾਰ ਪ੍ਰਸਾਰ ਹੋਣਾ ਜ਼ਰੂਰੀ ਹੈ। ਸਿੱਧੂ ਸਾਹਿਬ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਮੈਂ ਕੇਂਦਰੀ ਸਿੰਘ ਸਭਾ ਨਾਲ ਤੇ ਜਿਹੜੀ 150 ਸਾਲਾ ਅਸੀਂ ਸ਼ਤਾਬਦੀ ਮਨਾ ਰਹੇ ਹਾਂ, ਤੇ ਅਸੀਂ ਇਹਦੇ ਨਾਲ ਸਰਗਰਮ ਤਰੀਕੇ ਨਾਲ ਜੁੜਿਆ ਹਾਂ ਕੇਂਦਰੀ ਸਿੰਘ ਸਭਾ ਵੱਲੋਂ। ਤੇ ਅਸੀਂ ਵੀ ਇਹ ਮਹਿਸੂਸ ਕਰਦੇ ਹਾਂ, ਸਭ ਤੋਂ ਪਹਿਲਾਂ ਸੋਚ ਸਮਝ ਕੇ ਅਸੀਂ ਇਹੀ ਵਿਸ਼ਾ ਰੱਖਿਆ। ਇਹਦਾ ਜਿਹੜਾ ਟੌਪਿਕ ਹੈ, ਇਸ ਵਾਰ ਦਾ ਥੀਮ ਹੈ ਜਿਹੜਾ ਸਾਡੇ, ਉਹ ਥੀਮ ਇਹੀ ਹੈ ਵੀ ਪੰਥ, ਗ੍ਰੰਥ ਤੇ ਸਿੱਖਾਂ ਦੀ ਵੱਖਰੀ ਪਛਾਣ, ਇਹ ਤਿੰਨਾਂ ਉੱਤੇ ਅਸੀਂ ਜ਼ੋਰ ਦੇਣਾ। ਪੰਥ ਤਾਂ ਹੀ ਹੈ ਬਚੇਗਾ ਜੇ ਫਰਜ਼ ਕੀਤਾ ਗ੍ਰੰਥ ਬਚੇਗਾ। ਗ੍ਰੰਥ ਦੀ ਜਿਹੜੀ ਖਾਸ ਕਰਕੇ ਆਦਿ ਗ੍ਰੰਥ ਹੈ, ਉਹਦੇ ਵਿੱਚ ਜਿਹੜੇ ਖਾਸ ਕਿਸਮ ਦਾ ਉਹਦੇ ਨਾਲ ਜੋੜ ਕੇ ਕੁਛ ਪੁਰਾਣੇ ਸਨਾਤਨੀ ਕਿਸਮ ਦੇ ਗ੍ਰੰਥਾਂ ਨੂੰ ਉਹਦੇ ਨਾਲ ਜੋੜਿਆ ਜਾਂਦਾ ਹੈ, ਤੇ ਜੋੜ ਕੇ ਉਹਦਾ ਜਿਹੜਾ ਸਿਧਾਂਤ ਹੈ, ਸਿੱਖ ਸਿਧਾਂਤ ਹੈ, ਉਹਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਹੈ ਕਿ ਉਹਨੂੰ ਡਿਲਿਊਟ ਕੀਤਾ ਜਾਂਦਾ ਹੈ। ਤੇ ਸਿੱਖ ਸਿਧਾਂਤ ਨੂੰ, ਜਦੋਂ ਸਿੱਖ ਸਿਧਾਂਤ ਡਿਲਿਊਟ ਹੋ ਗਿਆ ਤੇ ਵੱਖਰਾ ਪੰਥ ਨਹੀਂ ਰਹਿ ਸਕਦਾ। ਵੱਖਰਾ ਪੰਥ ਨਾ ਰਿਹਾ ਜਾਂ ਉਸਦੀ ਮਜ਼ਬੂਤੀ ਨਾ ਰਹੀ ਵੱਖਰੇ ਪੰਥ ਦੀ, ਤਾਂ ਫਿਰ ਪਹਿਲੀ ਗੱਲ ਤਾਂ ਸਿਧਾਂਤ ਦੀ ਮਜ਼ਬੂਤੀ ਨਾ ਰਹੀ, ਸਿਧਾਂਤ ਦੇ ਵਿੱਚੋਂ ਪੰਥ ਨਿਕਲਣਾ, ਪੰਥ ਦੇ ਵਿੱਚੋਂ ਨਾਲ ਗ੍ਰੰਥ ਦੀ, ਫਿਰ ਗ੍ਰੰਥ ਵਿੱਚੋਂ ਹੀ ਪੰਥ ਨੇ ਬਣਨਾ, ਤੇ ਪੰਥ ਵਿੱਚੋਂ ਹੀ ਗ੍ਰੰਥ ਨੂੰ ਸਪੋਰਟ ਮਿਲਣੀ ਆ। ਸਾਰਾ ਤਿੰਨੇ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ। ਤੇ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹ ਟੌਪਿਕ ਕੋਈ ਇੱਕ ਤੀਜੇ ਤੋਂ ਵੱਖਰਾ ਨਹੀਂ ਕਰ ਸਕਦੇ। ਇਹਦੀ ਬਹੁਤ ਜ਼ਰੂਰਤ ਹੈ। ਜਿੰਨਾ ਚਿਰ ਵੱਖਰੀ ਪਹਿਚਾਣ, ਅੰਤਰ ਸੰਬੰਧਿਤ ਤੇ ਇੱਕ ਦੂਜੇ ਤੇ ਨਿਰਭਰ ਹੈ, ਜਿੰਨਾ ਚਿਰ ਤੁਸੀਂ ਵੱਖਰੀ ਪਹਿਚਾਣ ਮਜ਼ਬੂਤ ਨਹੀਂ ਕਰ ਸਕਦੇ, ਬਣਨੀ ਨਹੀਂ ਵੱਖਰੀ ਪਹਿਚਾਣ ਮਜ਼ਬੂਤ। ਜਿੰਨਾ ਚਿਰ ਵੱਖਰੀ ਪਹਿਚਾਣ ਮਜ਼ਬੂਤ ਨਹੀਂ ਬਣਦੀ ਅੱਜ ਦੇ ਯੁੱਗ ਦੇ ਵਿੱਚ, ਖਾਸ ਕਰਕੇ ਜੇ ਅਸੀਂ ਟੋਟਲ ਸਾਰੇ ਦੇਸ਼ ਵਿੱਚ ਸਬ ਕੰਟੀਨੈਂਟ 'ਚ ਦੇਖੀਏ, ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਇਹ ਇੱਕ ਵੱਖਰਾ ਭਾਈਚਾਰਾ ਹੈ, ਧਾਰਮਿਕ ਭਾਈਚਾਰਾ। ਇੱਥੋਂ ਦਾ ਸਾਰਾ ਸਮਾਜ ਹੈ ਜਿਹੜਾ, ਇਹ 47 ਵਿੱਚ ਤਾਂ ਸਪਸ਼ਟ ਹੀ ਹੋ ਗਿਆ ਵੀ ਇਹ ਵੱਖਰੇ ਵੱਖਰੇ ਧਾਰਮਿਕ ਭਾਈਚਾਰਿਆਂ 'ਚ ਵੰਡਿਆ ਗਿਆ। ਉਸ ਲੈਵਲ 'ਤੇ ਸਾਡੀ ਆਜ਼ਾਦੀ ਆਈ, ਉਸ ਲੈਵਲ 'ਤੇ ਸਾਡਾ ਸਾਰਾ ਜਿਹੜਾ ਬਾਅਦ ਵਿੱਚ ਨੇਸ਼ਨ ਸਟੇਟ ਬਣਾਉਣ ਦੇ ਪ੍ਰਸੰਗ ਹੈ, ਪਾਕਿਸਤਾਨ ਦਾ, ਇੰਡੀਆ ਦਾ, ਉਹਦੇ ਵਿੱਚ ਅਸੀਂ ਸਿੱਖ ਇੱਕ ਛੋਟੀ ਜਿਹੀ ਮਿਨੋਰਿਟੀ ਹੈ, 2%। ਹੁਣ ਉਹ ਕਿੱਥੇ ਕੁ ਜੇ ਪਲੇਸ ਕਰਦੀ ਹੈ, ਕਿਵੇਂ ਉਹਨੇ ਆਪਣੇ ਸੱਤਾ ਵਿੱਚ ਬਣਦਾ ਹਿੱਸਾ ਲੈਣਾ, ਜਾਂ ਹਿੱਸਾ ਲੈਣ ਦੇ ਲਈ ਉਸਨੇ ਜਦੋਜਹਿਦ ਕਰਨੀ ਹੈ, ਇਹ ਸਾਰਾ ਕੁਝ ਤਾਂ ਹੀ ਹੋ ਸਕੂ ਜੇ ਉਹ ਸਿਧਾਂਤ ਨੂੰ ਸਮਝਣਗੇ, ਆਪਣੇ ਵਖਰੇਵੇਂ ਨੂੰ ਸਮਝਣਗੇ। ਜੇ ਨਹੀਂ ਸਮਝਣਗੇ ਤਾਂ ਉਹਨਾਂ ਵਿੱਚ ਅੱਜ ਕੱਲ੍ਹ ਖਾਸ ਇਹ ਹੈ ਵੀ ਕਦੇ ਉਹ ਆਰੀਆ ਸਮਾਜ ਦੀ ਤਾਂ ਪਹਿਲੇ ਦਿਨ ਅਪਰੋਚ ਰਹੀ ਹੈ ਵੀ ਸਿੱਖਾਂ ਨੂੰ ਜਜ਼ਬ ਕਰ ਲਓ, ਤਾਂ ਉਹ ਹੁਣ ਵੀ ਓਪਨ ਕਹਿੰਦੇ RSS ਦਾ ਥੀਸਿਸ, ਬੇਸ਼ੱਕ ਪਬਲਿਕਲੀ ਕੁਛ ਵੀ ਹੋਵੇ, ਪਰ ਉਹਨਾਂ ਦਾ ਥੀਸਿਸ ਦਾ ਜਿਹੜਾ ਕੋਰ ਹੈ ਉਹ ਇਹੀ ਹੈ ਵੀ ਸਿੱਖ ਜਿਹੜੇ ਹੈ ਉਹ ਵੱਡੇ ਹਿੰਦੂ ਜਿਹੜਾ ਸਮਾਜ ਹੈ ਉਹਦਾ ਹਿੱਸਾ ਨੇ, ਉਹ ਇਹ ਉਹਨਾਂ ਦੇ ਮਨ 'ਚ ਹੈਗਾ। ਫਿਰ ਇਹ ਹਿੱਸਾ ਬਣ ਸਕਦੇ ਆ ਜਾਂ ਹਿੱਸਾ ਬਣ ਕੇ ਰਹਿਣਗੇ
ਜਾਂ ਉਹਨਾਂ ਨੇ ਇਸ ਤਰੀਕੇ ਨਾਲ ਇਸ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਜਾਵੇ ਵੀ ਆਪਦੀ ਕੋਈ ਹੋਂਦ ਤੇ ਵੱਖਰੀ ਪਛਾਣ ਨਾ ਰਹੇ। ਤੇ ਇਹ ਵੀ ਸਾਰਾ ਕੁਝ ਕਰਨ ਦੇ ਲਈ ਇਸੇ ਕਰਕੇ ਫਿਰ ਇਹਨਾਂ ਨੂੰ, ਜਿਹੜੀ ਕਿ ਕਾਫੀ ਦੇਰ ਤੱਕ ਹੋ ਚੁੱਕੀ ਹੈ, ਜੇ ਅਸੀਂ 47 ਤੋਂ ਬਾਅਦ ਦਾ ਦੌਰ ਦੇਖੀਏ, ਇੱਕ ਪਾਸੇ ਅਕਾਲੀ ਦਲ ਜਦੋਜਹਿਦ ਕਰ ਰਿਹਾ ਵੱਖਰੀ ਪਛਾਣ ਕਾਇਮ ਕਰਨ ਲਈ, ਪੰਜਾਬੀ ਸੂਬਾ ਵੀ ਇਸੇ ਵੱਲ ਹੀ ਹੈ, ਤੇ ਫਿਰ 84 ਵਾਲਾ ਜਿਹੜਾ ਧਰਮ ਯੁੱਧ ਮੋਰਚਾ ਲੱਗਿਆ ਉਹ ਵੀ ਇਸੇ ਦਿਸ਼ਾ 'ਚ ਹੀ ਲੱਗਿਆ। ਪਰ ਨਿਕਲਿਆ ਉਹਦੇ ਚੋਂ ਕੀ, ਵੱਡੀ ਧਿਰ ਨੇ ਇਸ ਨੂੰ ਸਾਰੇ ਨੂੰ ਦੱਬਤਾ। ਪਹਿਲੇ ਪੰਜਾਬੀ ਸੂਬੇ ਨੂੰ ਤਾਂ ਉਹਨੇ ਲੰਗੜਾ ਸੂਬਾ ਬਣਾ ਕੇ, ਤੇ ਜਿਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਜ਼ਿਆਦਾਤਰ ਪੰਜਾਬ ਦੇ ਵੱਡੇ ਹਿੱਸੇ ਵਿੱਚ ਦਿੱਲੀ ਨੇ ਖੋਰਾ ਲਾਇਆ। ਦਿੱਲੀ ਨੇ ਖੋਰਾ ਲਾ ਕੇ ਸਾਰਾ ਕੁਝ ਇਹ ਵੱਖਰਾ ਕੀਤਾ ਹੈਗਾ। ਤੇ ਉਸ ਤੋਂ ਪਿੱਛੋਂ ਕੀ ਹੋਇਆ ਵੀ ਜੇ 84 ਦੇ ਵੇਲੇ ਤਾਂ ਉਹਨਾਂ ਨੇ ਇੱਕ ਮਿਥੀ ਲਈ ਵੀ ਇਹਨੂੰ ਇਸ ਤਰੀਕੇ ਨਾਲ ਖਤਮ ਕੀਤਾ ਜਾਵੇ, ਕ੍ਰਸ਼ ਕੀਤਾ ਜਾਵੇ। ਉਹ ਕਰਨ 'ਚ ਕਾਫੀ ਤੱਕ ਕਾਮਯਾਬ ਹੋ ਗਏ, ਜਿਹਦੇ ਵਿੱਚੋਂ ਫਿਰ ਮੱਲੋ ਜੋ ਵੀ ਉਹਨਾਂ ਨੇ ਸਾਡੀ ਜਿਹੜੀਆਂ ਚੀਫ ਮਿਨਿਸਟਰੀਆਂ ਤੇ ਜਿਹੜੀ ਸਾਡੇ ਇੱਥੋਂ ਦੀ ਸੱਤਾ 'ਚ ਬੈਠੇ ਬੰਦੇ, ਉਹਨਾਂ ਨੂੰ ਦਿੱਲੀ ਦਰਬਾਰ ਦੇ ਪੁਰਾਣੇ ਅਸੀਂ ਜੇ ਮੁਹਾਵਰੇ 'ਚ ਕਹੀਏ ਤਾਂ ਸੂਬੇਦਾਰੀ ਬਣਾ। ਜਸਪਾਲ ਜੀ, ਕੁਝ ਗੱਲਾਂ ਜਿਹੜੀਆਂ ਉਹਨਾਂ ਤੇ ਕਾਫੀ ਮਤਭੇਦ ਨੇ। ਵਿਰੋਧੀ ਨੂੰ ਉਦੋਂ ਹੀ ਹਮਲਾ ਕਰਨ ਦਾ ਮੌਕਾ ਮਿਲਦਾ ਜਦੋਂ ਸਾਡੇ 'ਚ ਕਮਜ਼ੋਰੀਆਂ ਹੋਣ। ਬਿਲਕੁਲ, ਜੇ ਸਾਡੇ 'ਚ ਕਮਜ਼ੋਰੀਆਂ ਨਾ ਹੋਣ ਤਾਂ ਵਿਰੋਧੀ ਜਿਹੜਾ ਉਹਦਾ ਹਮਲਾ ਜਿਹੜਾ ਨਹੀਂ ਕਾਮਯਾਬ ਹੋ ਸਕਦਾ। ਇਸ ਕਰਕੇ ਸਾਨੂੰ ਇਹ ਦੇਖਣ ਦੀ ਲੋੜ ਹੈ ਵੀ ਸਾਡੇ 'ਚ ਕਮਜ਼ੋਰੀਆਂ ਕਿੱਥੇ ਕਿੱਥੇ ਆਈਆਂ। ਅਸੀਂ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਪਹਿਚਾਣ ਆ ਉਹ ਤਾਂ ਹੁੰਦੀ ਹੈ, ਪਰ ਜੋ ਸਿੱਖੀ ਦੀਆਂ ਸਿੱਖਿਆਵਾਂ ਨੇ, ਜੋ ਗੁਰੂ ਗ੍ਰੰਥ ਸਾਹਿਬ ਸਾਨੂੰ ਰੋਸ਼ਨੀ ਦਿੰਦਾ, ਅਗਵਾਈ ਦਿੰਦਾ, ਉਹਦੇ ਤੋਂ ਪਾਸਾ ਮੋੜ ਲਿਆ ਜਾਂਦਾ। ਫਿਰ ਇਹ ਤਿੰਨਾਂ ਦਾ ਜਿਹੜੇ ਗੱਲ ਅਸੀਂ ਸ਼ੁਰੂ 'ਚ ਕੀਤੀ ਹੈ, ਜੇ ਉਹਨਾਂ ਦਾ ਸੁਮੇਲ ਨਹੀਂ ਰਹਿੰਦਾ, ਜੇ ਉਹ ਜਿਹੜੇ ਸਿਧਾਂਤ ਆ ਉਹਨੂੰ ਅੱਗੇ ਤੋੜਨ ਦੀ ਗੱਲ ਨਹੀਂ ਹੁੰਦੀ, ਕੇਵਲ ਬਾਹਰੀ ਰੂਪ ਦੀ ਗੱਲ ਆ, ਮੇਰਾ ਖਿਆਲ ਫਿਰ ਇਹਦੇ ਨਾਲ ਅੱਗੇ ਨਹੀਂ ਵਧਿਆ ਜਾ ਸਕਦਾ, ਉਹ ਕਮਜ਼ੋਰੀ ਹੀ ਬਣ ਸਕਦੀ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ? ਬਿਲਕੁਲ ਠੀਕ ਹੈ, ਇਹ ਕਮਜ਼ੋਰੀ ਬਣਦੀ ਹੈ। ਕਮਜ਼ੋਰੀ ਇਸ ਕਰਕੇ ਬਣਦੀ ਹੈ, ਹੁਣ ਤੁਸੀਂ ਦੇਖੋ ਵੀ ਜਦੋਂ ਰਣਜੀਤ ਸਿੰਘ ਦੇ ਰਾਜ ਦੇ ਪਿੱਛੋਂ ਇੰਨੀ ਮਾਯੂਸੀ ਤੇ ਨਿਰਾਸ਼ਾ ਆ ਗਈ ਸੀ, ਸਿੱਖਾਂ ਦੇ ਵਿੱਚ ਕੋਈ ਬਲ ਬੂਤਾ ਨਹੀਂ ਸੀ ਰਿਹਾ ਕਿਸੇ ਲੈਵਲ ਤੇ ਆਪਣੀ ਹੋਣ ਦਾ। ਉਸ ਨੂੰ ਆਰੀਆ ਸਮਾਜ ਨੇ ਵੀ ਕੁਛ ਦੱਬ ਲਿਆ, ਈਸਾਈ ਵੀ ਬਣਾਉਣ ਲੱਗ ਗਏ। ਉਹਦੇ 'ਚ ਹਜ਼ਾਰਾਂ ਲੋਕ ਜਿਹੜੇ ਸਿੱਖ ਬਣੇ ਸੀ, ਮੁੜ ਕੇ ਫਿਰ ਸਿੱਖੀ ਛੱਡ ਕੇ ਦੌੜ ਗਏ ਸੀ ਕਾਫੀ ਹੱਦ ਤੱਕ। ਤੁਸੀਂ ਇਹ ਦੇਖੋ ਵੀ 1880 ਦੇ ਡੇਢ ਸਿਰਫ 17-18 ਲੱਖ ਸਿੱਖ ਰਹਿ ਗਏ ਸੀਗੇ, ਇੰਨਾ ਘਟ ਗਿਆ ਸੀ ਸਾਰਾ ਕੁਝ। ਉਸ ਦੇ ਪਿੱਛੋਂ ਸਿੰਘ ਸਭਾ ਲਹਿਰ ਆਈ ਜਿਹੜੀ 1873 ਚ ਆਈ, 7 ਸਾਲ ਬਾਅਦ ਲਾਹੌਰ ਵਾਲੀ ਬਣੀ ਅੰਮ੍ਰਿਤਸਰ ਤੋਂ ਬਾਅਦ। ਉਸ ਨੇ ਕੰਮ ਬਹੁਤ ਕੀਤਾ ਐਜੂਕੇਸ਼ਨ ਕਰਨ ਦਾ, ਅਹਿਸਾਸ ਕਰਾਇਆ ਵੀ ਸਿੱਖੀ ਸਿਧਾਂਤ ਵੱਖਰਾ ਹੈ, ਤੇ ਉਹ ਵੱਖਰਾ ਸਿਧਾਂਤ ਹੋਣ ਕਰਕੇ ਆਰੀਆ ਸਮਾਜ ਦੇ ਵਿਰੁੱਧ ਵੀ ਲੜਾਈ ਦਿੱਤੀ ਜਾਂ ਉਹਦੇ ਤੋਂ ਵੱਖਰਾ ਪਾਸਾ ਵਟਿਆ। ਤੇ ਹੋਰ ਵੀ ਜਿਹੜੀਆਂ ਬਰਮੋ ਸਮਾਜ, ਦੇਵ ਸਮਾਜ ਵਰਗੀਆਂ ਜਿਹੜੀਆਂ ਸਾਰੀਆਂ ਆਈਆਂ ਸੀ, ਉਹਨਾਂ ਤੋਂ ਵੀ ਇਹ ਮੁਕਤ ਹੋਏ ਕਾਫੀ ਹੱਦ ਵੱਡਾ ਸਿੱਖ। ਫਿਰ ਜਾਤ ਪਾਤ ਤੋਂ ਵੀ ਕਾਫੀ ਹੱਦ ਤੱਕ ਠੀਕ ਹੋਏ, ਨਹੀਂ ਤਾਂ ਸਾਰੀ ਜਿਹੜੀ ਬ੍ਰਾਹਮਣੀਕਲ ਜਾਤ ਪਾਤ ਉਹ ਵੀ ਇਹਨਾਂ 'ਚ ਹੋ ਗਈ ਸੀ ਸ਼ਾਇਦ। ਇਹ ਸਾਰੇ ਤੋਂ ਮੁਕਤ ਹੁੰਦੇ ਅੱਜ ਵੀ ਉਵੇਂ ਹੀ ਹੈ, ਅੱਜ ਵੀ ਭਾਵੇਂ ਉਵੇਂ, ਪਰ ਉਸ ਮੌਕੇ ਲਹਿਰ ਨੇ ਇੰਨਾ ਮੁਕਤ ਕਰਤਾ ਸੀ ਕਾਫੀ ਹੱਦ ਤੱਕ ਵੀ ਤੁਸੀਂ ਦੇਖੋ ਵੀ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਆ ਗਈਆਂ ਸੀ 4 ਚੁਫੇਰੇ ਪ੍ਰਕਰਮਾਂ 'ਚ, ਉਹ ਕੱਢੀਆਂ। ਐਜੂਕੇਸ਼ਨ, ਸਿੱਖਾਂ ਦੇ ਵੱਖਰੇ ਐਜੂਕੇਸ਼ਨ ਅਦਾਰੇ ਸ਼ੁਰੂ ਕੀਤੇ। ਜੇ ਮੁਸਲਮਾਨਾਂ ਨੇ ਕਰ ਲਏ ਸੀ ਤਾਂ ਐਂਗਲੋ ਵੈਦਿਕ ਜਿਹੜੇ ਇੰਸਟੀਟਿਊਸ਼ਨ ਆ ਉਹ ਆਰੀਆ ਸਮਾਜ ਨੇ ਬਣਾ ਲਏ ਸੀ, ਤੇ ਮੁਸਲਮਾਨਾਂ ਵਿੱਚ ਵੀ ਐਂਗਲੋ ਓਰੀਐਂਟਲ ਕਾਲਜ ਬਣ ਗਏ ਸੀ, ਉਹਨਾਂ 'ਚ ਵੀ ਇਹ ਪਿੱਛੇ ਰਹਿ ਗਏ ਸੀ। ਇਹਨਾਂ ਨੇ ਫਿਰ ਖਾਲਸਾ ਕਾਲਜ ਤੇ ਹੋਰ ਸਾਰੇ ਐਜੂਕੇਸ਼ਨ ਸੁਸਾਇਟੀ ਬਣਾ ਕੇ ਇਹ ਵੀ ਨਾਲ ਰਲੇ। ਤੁਸੀਂ ਇਹ ਦੇਖ ਲਓ ਕਿ ਸਿੰਘ ਸਭਾ ਦਾ ਇੰਨੀ ਕੰਟਰੀਬਿਊਸ਼ਨ ਸੀ ਵੀ ਕਿਤੇ ਵੇਲੇ 1800 ਜਿਹੜੀ ਪਹਿਲੀ ਐਡਮਿਨਿਸਟ੍ਰੇਟਿਵ ਰਿਪੋਰਟ ਹੈ 1850-52 ਦੀ, ਉਹਦੇ ਵਿੱਚ ਸਿੱਖਾਂ ਐਜੂਕੇਸ਼ਨ ਵਿੱਚ ਸਭ ਤੋਂ ਪਿੱਛੇ ਹੈ, 3% ਸਿੱਖ ਹੀ ਹੈ ਸਾਰੇ ਉਸ ਕਿਸਮ ਦੇ ਐਜੂਕੇਟਡ ਕੈਟੇਗਰੀ 'ਚ ਆਉਂਦੇ। ਤੇ ਫਿਰ ਇਹਨਾਂ ਦੀ ਆਰੀਆ ਸਿੰਘ ਸਭਾ ਦੀ ਮੂਵਮੈਂਟ ਦਾ ਰੋਲ ਇੰਨਾ ਹੋਇਆ ਵੀ ਦੋਨੋਂ ਮੁਸਲਮਾਨਾਂ ਤੇ ਜਿਹੜੇ ਹਿੰਦੂ ਫਿਰਕਿਆਂ ਨੂੰ ਪਿੱਛੇ ਛੱਡ ਕੇ ਧਾਰਮਿਕ ਇਹਨਾਂ ਦੀ 15-16% ਇਹਨਾਂ ਵਿੱਚ ਐਜੂਕੇਸ਼ਨ ਦੀ ਦਰ ਹੋ ਗਈ ਜ਼ਿਆਦਾ, ਇਹ ਵਧਿਆ। ਇਸੇ ਤਰੀਕੇ ਨਾਲ ਇਹਨਾਂ ਨੇ ਧਰਮ ਦੀ, ਇਸੇ ਤਰੀਕੇ ਨਾਲ ਇਹਨਾਂ ਨੇ ਧਾਰਮਿਕ ਗ੍ਰੰਥਾਂ ਦੇ ਜਿਹੜੇ ਰਲਾ ਹੋ ਰਹੇ ਸੀ ਉਹਨਾਂ ਨੂੰ ਵੀ ਦੂਰ ਕੀਤਾ, ਅਰਦਾਸਾਂ ਕੀਤੀਆਂ। ਫਿਰ ਪੰਥ ਨੂੰ ਇੱਕ ਇਕੱਠਾ ਰੱਖਣ ਲਈ ਇਹਨਾਂ ਨੇ 13 ਸਾਲਾਂ ਵਿੱਚ 1946 ਤੱਕ ਜਾ ਕੇ ਜਿਹੜੀ ਅਕਾਲ ਤਖਤ ਤੋਂ ਸਰਬ ਪ੍ਰਵਾਨਿਤ ਰਹਿਤ ਸਿੱਖ ਮਰਜ਼ਾਦਾ ਵੀ ਖੜੀ ਕਰਤੀ, ਜਿਹਦੇ ਨਾਲ ਇੱਕ ਪੰਥ ਨੂੰ ਇੱਕ ਤਾਰ ਵਿੱਚ ਇੱਕ ਸਾਰਾ ਉਸ ਕੜੀ 'ਚ ਪਰੋਣ ਦਾ ਕੰਮ ਕੀਤਾ।
ਤੇ ਇਹ ਸਾਰਾ ਕੁਝ ਉੱਥੋਂ ਤੱਕ ਕੀਤਾ। ਪਰ ਫਿਰ ਆ ਕੇ ਕੀ ਹੋਇਆ 47 ਚ ਆ ਕੇ ਕਿ ਫਿਰ ਇਹਨਾਂ ਦੀ ਲੀਡਰਸ਼ਿਪ ਬੜੀ ਮਾੜੀ ਰਹਿ ਗਈ। ਉਸ ਲੀਡਰਸ਼ਿਪ ਦਾ 47 ਤੋਂ ਬਾਅਦ ਵੀ ਉਹੀ ਰੋਲ ਰਿਹਾ, ਜਿਹਦੇ ਵਿੱਚ ਸਿੰਘ ਸਭਾ ਦੀਆਂ ਜਿਹੜੀਆਂ ਪ੍ਰਾਪਤੀਆਂ ਸੀ ਉਹ ਸਾਰੀਆਂ ਡਾਊਨ ਹੁੰਦੀਆਂ ਰਹੀਆਂ। ਉਹ ਸਾਰੀਆਂ ਪ੍ਰਾਪਤੀਆਂ ਇਸ ਲੈਵਲ ਦੀਆਂ ਡਾਊਨ ਹੋਈਆਂ ਵੀ ਮਹੰਤ ਵੀ ਕੱਢਤੇ ਸੀ, ਜਾਤ ਪਾਤ ਉੱਤੇ ਵੀ ਟੱਕਰਾਂ ਲਈਆਂ ਸੀ। ਫਿਰ ਉਹ ਸਾਰਾ ਚੀਜ਼ ਮੁੜ ਕੇ ਗਲਬਾ ਹੋਣ ਲੱਗ ਗਿਆ। ਹੁਣ ਜਿਹੜੀ ਵੱਡੀ ਅਧੋਗਤੀ ਹੋਈ ਹੈ, ਵੱਡੀ ਜਿਹੜੀ ਗਿਰਾਵਟ ਆਈ ਹੈ, ਉਹ 84 ਤੋਂ ਬਾਅਦ ਆਈ ਹੈ। 30-35 ਸਾਲ ਹੋ ਗਏ 84 ਤੋਂ ਬਾਅਦ ਨਵੀਂ ਸਿੱਖ ਲੀਡਰਸ਼ਿਪ ਆਉਣ ਹੀ ਨਹੀਂ ਦਿੱਤੀ। ਇਹਨਾਂ ਦੇ ਅਕਾਲੀ ਦਲ ਇੱਕ ਰੀਜਨਲ ਬਹੁਤ ਤਕੜੀ ਪਾਰਟੀ ਸੀ ਦੇਸ਼ ਦੀ, 70-80 ਸਾਲ 100 ਸਾਲ 80 ਸਾਲ ਰਹੀ ਸੀ, ਉਹ ਵੀ ਖਤਮ। ਸੋ ਇਹ ਸਾਰਾ ਕੁਝ ਜਿਹੜਾ 100 ਸਾਲ ਦੀਆਂ ਪਾਰਟੀਆਂ ਵੀ ਖਤਮ ਹੋ ਗਈਆਂ ਤੇ ਇਹਨਾਂ ਨੂੰ ਹਿੱਸਾ ਨਹੀਂ ਮਿਲਿਆ। ਇਹ ਕਿਸੇ ਦੇ ਕੰਧੇ ਤੇ ਸਵਾਰ ਹੋ ਕੇ ਆ ਕੇ ਪੰਜਾਬ ਵਿੱਚ ਆਪਦਾ ਮਾੜਾ ਜਿਹਾ ਸੱਤਾ 'ਚ ਹਿੱਸਾ ਪਾਉਂਦੇ ਆ, ਕਿਸੇ ਦੇ ਬਲਬੂਤੇ ਤੇ, ਆਪਣੇ ਲੈਵਲ ਤੇ ਨਹੀਂ। ਇਹ ਸਾਰੇ ਨੂੰ ਦੇਖ ਕੇ ਹੁਣ ਇਹ ਜਿਹੜਾ ਸਾਡਾ ਜਿਹੜਾ 150 ਸਾਲੇ ਦਾ ਜਿਹੜੀ ਕੋਸ਼ਿਸ਼ ਹੈ ਉਹ ਇਹੀ ਹੈ ਵੀ ਅਸੀਂ ਇਹ ਸਾਰੇ ਜਿਹੜੇ ਫੈਕਟਰ ਹੈ, ਸਾਡੀ ਕਮਜ਼ੋਰੀ ਦੇ ਫੈਕਟਰ ਹੈ, ਜਿਹੜੇ ਫੇਰ ਮੁੜ ਕੇ ਉਸੇ ਤਰੀਕੇ ਨਾਲ ਹੀ ਖੜੇ ਹੋ ਗਏ ਜਿਵੇਂ ਪਹਿਲਾਂ ਸੀ, ਤੇ ਉਹਨਾਂ ਦੇ ਨੂੰ ਕਿਵੇਂ ਕਨਫਰੰਟ ਕਰਨਾ, ਕਿਵੇਂ ਲੜਾਈ ਦੇਣੀ ਹੈ, ਕਿਵੇਂ ਭਾਜ ਦੇਣੀ ਹੈ, ਇਹ ਸਾਰਿਆਂ ਦੇ ਸੰਬੰਧ ਵਿੱਚ ਇੱਕ 150 ਸਾਲਾ 1 ਸਾਲ ਚੱਲੂਗਾ। ਇਹਦੇ ਵਿੱਚ ਇਹੀ ਡਿਸਕਸ਼ਨ ਹੈ, ਇਹੀ ਬਹਿਸਾਂ ਹੋਣਗੀਆਂ। ਲਿਟਰੇਚਰ ਵੀ ਨਵਾਂ ਜਿਹੜਾ ਪਿਛਲਾ ਖਤਮ ਹੋ ਗਿਆ ਸੀ, ਉਹਨੂੰ ਜਿਹੜਾ ਚੰਗਾ ਲਿਟਰੇਚਰ ਉਹਨੂੰ ਛਾਪਾਂਗੇ ਵੀ, ਬਹਿਸਾਂ ਵੀ ਕਰਾਵਾਂਗੇ, ਡਿਸਕਸ਼ਨਾਂ ਵੀ ਕਰਾਵਾਂਗੇ, ਮੀਟਿੰਗਾਂ ਵੀ ਕਰਾਵਾਂਗੇ। ਇਹ ਕੋਸ਼ਿਸ਼ ਆ ਵੀ ਲਹਿਰ ਵਿੱਚੋਂ ਥੋੜਾ ਕਣਾ ਫੇਰ ਮੁੜ ਕੇ ਖੜੀ ਕੀਤੀ ਜਾਵੇ। ਜਸਪਾਲ ਜੀ, ਜਿਹੜਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦੋਨਾਂ ਨੇ ਪਿਛਲੇ ਸਮੇਂ ਸ਼ਤਾਬਦੀਆਂ ਮਨਾਈਆਂ, 100 ਸਾਲ ਇਹਨਾਂ ਨੂੰ ਹੋ ਗਏ, ਪਰ ਮੈਂ ਕੋਈ ਇਹੋ ਜਿਹਾ ਇੱਕ ਵੀ ਡਾਕੂਮੈਂਟ ਨਹੀਂ ਦੇਖਿਆ ਜਿਹਦੇ 'ਚ ਇਹਨਾਂ ਨੇ ਇਸ ਗੱਲ ਦੀ ਪੜਚੋਲ ਕੀਤੀ ਹੋਵੇ ਵੀ ਕਿੱਥੋਂ ਤੁਰੇ ਸੀ, ਕਿੱਥੇ ਪਹੁੰਚੇ, ਕੀ ਕਮਜ਼ੋਰੀਆਂ ਆਈਆਂ, ਕੀ ਘਾਟਾਂ ਆਈਆਂ। ਤੁਹਾਨੂੰ ਲੱਗਦਾ ਕਿ ਜਿਹੜੀ ਕੇਂਦਰੀ ਸਿੰਘ ਸਭਾ ਹੈ, ਇਹ ਜਿਹੜਾ 150 ਸਾਲਾਂ ਮਨਾ ਰਹੀ ਆ, ਜਿਹੜੀਆਂ ਇਹਦੇ ਵਿੱਚ ਕਮੀਆਂ ਆਈਆਂ, ਜਿਹੜਾ ਇਹਦਾ ਜਥੇਬੰਦਕ ਤਾਣਾ ਬਾਣਾ ਵੀਕ ਹੋਇਆ, ਕੀ ਉਹਨੂੰ ਇਹ ਓਵਰਕਮ ਕਰਨ ਦੇ ਵਿੱਚ ਸਮਰੱਥ ਹੋ ਜਾਏਗੀ? ਦੇਖੋ, ਅਸੀਂ ਨਹੀਂ ਕਹਿੰਦੇ ਵੀ ਬਹੁਤ ਵੱਡੀ ਕੋਈ ਦਾਅਵੇ ਕਰਕੇ ਚੱਲਦੇ, ਪਰ ਕੋਸ਼ਿਸ਼ ਸਾਡੀ ਇਹ ਹੈ ਵੀ ਅਸੀਂ ਬਿਲਕੁਲ ਇਹ ਰਿਕੋਗਨਾਈਜ਼ ਕਰਕੇ ਚੱਲਦੇ ਹਾਂ ਫੈਕਟ ਨੂੰ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੋਲੀਟੀਕਲਾਈਜ਼ ਹੋ ਗਈ ਹੈ। ਇਸ ਲੈਵਲ ਦੀ ਪੋਲੀਟੀਕਲਾਈਜ਼ ਹੋ ਗਈ ਵੀ ਉਹਨਾਂ ਦਾ ਧਰਮ, ਕਲਚਰ ਤੇ ਲੈਂਗੁਏਜ ਤੱਕ ਵੀ ਉਹ ਸੰਬੰਧ ਨਹੀਂ ਹੈ। ਬਾਕੀ ਉਹਦੀਆਂ ਸਿਰਫ ਐਵੇਂ ਗੱਲਾਂ ਬਾਤਾਂ। ਇਹੀ SGPC ਦਾ ਹਾਲ ਹੈ ਸਾਰਾ। ਇਹਨਾਂ ਨੇ ਸਾਰੇ ਇੰਸਟੀਟਿਊਸ਼ਨ ਆ ਜਿੰਨੇ ਸਿੱਖ ਧਰਮ ਦੇ, ਉਹਨਾਂ ਨੇ ਉਸ ਨੂੰ ਪੋਲੀਟਿਕਸ ਲਈ ਵਰਤਦੇ ਆ, ਉਹਨਾਂ ਨੂੰ ਮਜ਼ਬੂਤ ਨਹੀਂ ਕਰਦੇ। ਇਸ ਕਰਕੇ ਇਹ ਸਾਰਾ ਕੁਝ ਅਸੀਂ ਸਾਡੇ ਸਾਹਮਣੇ ਆ। ਅਸੀਂ ਇਹਨੂੰ ਸਾਰੇ ਨੂੰ ਮੱਦੇ ਨਜ਼ਰ ਰੱਖ ਕੇ ਇਹਦੇ ਵਿੱਚੋਂ ਹੀ ਕੁਝ ਬਣਾਉਣਾ ਚਾਹੁੰਦੇ ਹਾਂ। ਇਸੇ ਕਰਕੇ ਅਸੀਂ ਥੀਮ ਰੱਖਿਆ ਵੀ ਪੰਥ ਨੂੰ, ਗ੍ਰੰਥ ਨੂੰ ਅਤੇ ਸਿੱਖ ਪਛਾਣ ਨੂੰ ਅਸੀਂ ਮੁੜ ਕੇ ਮਜ਼ਬੂਤ ਕਰਨਾ ਹੈ। ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ। ਅਸੀਂ ਇਹਦੇ ਲਈ ਉਹ ਸਾਰੇ ਜਿਹੜੇ ਪਹਿਲੇ ਸਿੰਘ ਸਭਾ ਨੇ ਕੀਤੇ ਸੀਗੇ ਕੰਮ, ਉਹਨਾਂ ਕੰਮਾਂ ਨੂੰ ਅਸੀਂ ਦੁਬਾਰਾ ਵੀ ਰਿਵਾਈਵ ਕਰਾਂਗੇ। ਕੁਝ ਨਵੀਆਂ ਲੋੜਾਂ ਹੋ ਗਈਆਂ ਅੱਜ ਦੇ ਮੁਤਾਬਕ, ਉਹਨਾਂ ਨੂੰ ਵੀ ਅਸੀਂ ਲਿਆਵਾਂਗੇ। ਸਾਰਾ ਕੁਝ ਉਸ ਮੁਤਾਬਕ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਕੇਂਦਰੀ ਸਿੰਘ ਸਭਾ ਦਾ ਜਿਹੜਾ ਇੰਫਰਾਸਟ੍ਰਕਚਰ ਹੈ, ਕਿੰਨੇ ਇਹਦੇ ਕੋਲ ਅਦਾਰੇ ਨੇ? ਇੱਕ ਤਾਂ ਤੁਹਾਡੇ ਕੋਲ 28 ਦਾ ਹੋ ਗਿਆ, ਇੱਕ ਦਿੱਲੀ ਦੇ ਵਿੱਚ ਹੋ ਗਿਆ, ਹੋਰ ਕਿੰਨੇ ਇਹੋ ਜਿਹੇ ਇੰਸਟੀਟਿਊਸ਼ਨ ਨੇ ਜਿਨ੍ਹਾਂ ਰਾਹੀਂ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ? ਦੇਖੋ, ਇਹ ਬਦਕਿਸਮਤੀ ਗੱਲ ਹੈ। ਇਹ ਸਾਨੂੰ ਮੰਨਣ ਵਿੱਚ ਕੋਈ ਇਤਰਾਜ਼ ਨਹੀਂ। ਘੱਟੋ ਘੱਟ 4-5 ਹਜ਼ਾਰ ਗੁਰਦੁਆਰਾ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦਾ ਗੁਰਦੁਆਰੇ ਹੈਗੇ, ਇਹਦੇ ਨਾਂ ਤੇ ਚੱਲਦੇ ਗੁਰਦੁਆਰੇ ਆ, ਜਿਹਦੀਆਂ ਅਸੀਂ ਪਹਿਲਾਂ ਹੁਣ ਮੀਟਿੰਗਾਂ ਵੀ ਕੀਤੀਆਂ। ਅਸੀਂ 10-12 ਮੀਟਿੰਗਾਂ ਕੁਛ ਕਰ ਲਈਆਂ, ਕੁਛ ਕਰਨੀਆਂ, ਕੁਛ ਪੰਜਾਬ ਤੋਂ ਬਾਹਰ ਵੀ ਕਰਨੀਆਂ। ਪੰਜਾਬ ਤੋਂ ਬਾਹਰ ਵੀ ਇੱਥੇ ਚੱਲਦੇ ਹੈਗੇ, ਈਵਨ ਵਿਦੇਸ਼ਾਂ 'ਚ ਵੀ ਸ਼੍ਰੀ ਗੁਰੂ ਸਿੰਘ ਸਭਾ ਦੇ ਨਾਂ ਤੇ ਗੁਰਦੁਆਰੇ ਚੱਲਦੇ, ਪਰ ਉਹਨਾਂ ਦਾ ਆਪਸ ਵਿੱਚ ਤਾਲਮੇਲ ਹੈ ਨਹੀਂ। ਆਪਸ ਵਿੱਚ ਦੀ ਤਾਲਮੇਲ ਹੈ ਨਹੀਂ। ਸਾਡੇ ਨਾਲ ਬਹੁਤ ਘੱਟ ਤਾਲਮੇਲ ਹੈ ਕੁਛ ਕੁ ਅਦਾਰਿਆਂ ਦਾ, ਸਿੰਘ ਸਭਾ ਦੇ ਅਦਾਰਿਆਂ ਦਾ। ਇਸ ਕਰਕੇ ਅਸੀਂ ਵੈਬਸਾਈਟ ਵੀ ਸ਼ੁਰੂ ਕੀਤੀ ਹੈ। ਸਾਰੀ ਵੈਬਸਾਈਟ ਵਿੱਚ ਅਸੀਂ ਸਾਰਿਆਂ ਨਾਲ ਮੁੜ ਕੇ ਫਿਰ ਨੈਟਵਰਕ ਇਕੱਠਾ ਕਰਕੇ ਬਣਾ ਰਹੇ ਹਾਂ। ਤੇ ਅਸੀਂ ਇਹ ਵੀ ਕੋਸ਼ਿਸ਼ ਹੈ ਵੀ ਸਾਨੂੰ ਇਹ ਉਮੀਦ ਹੈ ਵੀ ਜੇ ਕਿਤੇ ਕਲਚਰ ਜਾਂ ਧਰਮ ਲੈਵਲ ਤੇ ਕਿਤੇ ਕੰਮ ਕੋ ਕਰ ਸਕਦਾ ਹੈ ਤਾਂ ਉਹ ਕੇਂਦਰੀ ਸਿੰਘ ਸਭਾ ਕਰ ਸਕਦੇ, ਜਿਹਦਾ ਸਿੱਧਾ ਕੋਈ ਮਿਸ਼ਨ ਪੋਲੀਟਿਕਸ ਵਿੱਚ ਸੱਤਾ 'ਚ ਹਿੱਸਾ ਲੈਣਾ ਨਹੀਂ। ਤੇ ਇਸ ਕਰਕੇ ਉਹਨਾਂ ਕੋਲੇ ਤਾਕਤ ਹੈ ਜਿਹੜੀ ਉਹ SGPC ਤੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਕਿਤੇ ਜ਼ਿਆਦਾ ਹੈ। ਸਾਰੇ ਗੁਰਦੁਆਰੇ ਆ ਜਿਹੜੇ ਇੰਨੇ ਵੱਡੇ 4-5 ਹਜ਼ਾਰ ਗੁਰਦੁਆਰੇ, ਉਹਨਾਂ ਦੀ ਸਟਰੈਂਥ, ਉਹਨਾਂ ਦੇ ਰਿਸੋਰਸਿਸ ਕਿਤੇ ਜ਼ਿਆਦਾ ਰਿਸੋਰਸਿਸ ਹੈ। ਇਸ ਕਰਕੇ ਸਾਡੀ ਕੋਸ਼ਿਸ਼ ਹੈ, ਬੜੀ ਨਿਮਾਣੀ ਜੀ ਕੋਸ਼ਿਸ਼ ਅਸੀਂ ਕਹਿ ਸਕਦੇ ਹਾਂ, ਪਰ ਅਸੀਂ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਔਰ ਸਹਿਰਦਤਾ ਨਾਲ ਇਹੀ ਕੋਸ਼ਿਸ਼ ਹੈ 150 ਸਾਲ ਦੇ ਵਿੱਚ ਅਸੀਂ ਕਰਾਂਗੇ।
150 ਸਾਲਾਂ ਦੇ ਵਿੱਚ ਤੁਸੀਂ ਸਾਰੇ ਜਿਹੜੇ ਕੇਂਦਰੀ ਸਿੰਘ ਸਭਾ ਨਾਲ ਜੁੜੇ ਗੁਰਦੁਆਰਿਆਂ ਨੂੰ ਜੋੜੋਗੇ, ਬਾਹਰਲੀ ਸੰਗਤ ਨੂੰ ਵੀ ਜੋੜੋਗੇ, ਉਹਦੇ ਲਈ ਤੁਸੀਂ ਵੈਬਸਾਈਟ ਦੀ ਗੱਲ ਕਰਦੇ ਹੋ। ਕੁਐਸਚਨ ਇਹਦੇ ਤੋਂ ਅਗਲੇ ਨੇ ਕਈ ਸਾਰੇ ਵੀ ਇਹ ਸਾਰੇ ਕਾਸੇ ਨੂੰ ਸੰਗਠਿਤ ਕਰਕੇ ਆਰਗੇਨਾਈਜ਼ ਕਰਕੇ ਅੱਗੇ ਕਿੱਧਰ ਜਾਣਾ ਹੈ? ਅੱਗੇ ਦੇਖੋ, ਪਹਿਲੀ ਗੱਲ ਤਾਂ ਅੱਗੇ ਉਹਨਾਂ ਚਿਰ ਤੁਰਿਆ ਹੀ ਨਹੀਂ ਜਾਣਾ ਜਿੰਨਾ ਚਿਰ ਸਾਡੇ ਕੋਲੇ ਜਿਸ ਤਰੀਕੇ ਨਾਲ ਸਾਨੂੰ ਧਾਰਮਿਕ ਲੈਵਲ ਤੇ ਵੱਖਰੀ ਪਹਿਚਾਣ ਲੈਵਲ ਤੇ ਅਸੀਂ ਕਲੀਅਰ ਨਹੀਂ ਹੈ। ਸਾਡਾ ਪੰਥ ਸਿਧਾਂਤ ਕੀ ਕਹਿੰਦਾ, ਅਸੀਂ ਸਿਧਾਂਤ ਨਾਲ ਲੋਕਾਂ ਨੂੰ ਜੋੜਨਾ। ਸਿਧਾਂਤ ਨਾਲ ਜੁੜੇ ਬਗੈਰ ਚੱਲਦੇ ਨਹੀਂ। ਸਿਧਾਂਤ ਦੀ ਪਿਓਰਿਟੀ ਨਹੀਂ, ਪਰ ਸਿਧਾਂਤ ਦਾ ਜਿਹੜਾ ਪ੍ਰੈਕਟੀਕਲ ਆਸਪੈਕਟ ਹੈ ਉਹਦੇ ਨਾਲ ਤਾਂ ਅਸੀਂ ਜੋੜਨਾ। ਹੁਣ ਅਸੀਂ ਸਿਧਾਂਤ ਤੋਂ ਬਿਲਕੁਲ ਟੁੱਟੇ ਹੋਏ ਹਾਂ। ਹੁਣ ਤਾਂ ਸਾਡੇ ਉੱਤੇ ਜੇ ਫਰਜ਼ ਕੀਤਾ ਵੀ ਅਸੀਂ ਕਹੀਏ ਵੀ ਕੋਈ ਸੱਤਾ ਦੀਆਂ ਜਿਹੜੀਆਂ ਪਾਵਰ ਦੀ ਜਿਹੜੀ ਪਾਵਰ ਮੈਕੈਨਿਜ਼ਮ ਹੈ, ਸੱਤਾ ਦੀ ਜਿਹੜੀ ਪ੍ਰਾਪਤੀ ਵਾਲਾ ਸਿਸਟਮ ਹੈ, ਉਹ ਕੋਈ ਘੱਟੋ ਘੱਟ 90-95% ਸਾਡੀ ਤਾਕਤ ਉਧਰ ਹੀ ਹੈ। 2-4% ਕਿਤੇ ਧਰਮ ਵੱਲ ਹੋਊਗੀ ਨਹੀਂ, ਹੈ ਨਹੀਂ। ਹੁਣ ਸਾਡੀ ਕੋਸ਼ਿਸ਼ ਇਹ ਹੈ ਵੀ ਭਾਈ ਸਾਡੇ ਵਿੱਚੋਂ ਕਿਸੇ ਨੇ ਸੱਤਾ ਨਹੀਂ ਲੈਣੀ, ਕੋਈ ਸੱਤਾ ਵੱਲ ਲੜਾਈ ਨਹੀਂ ਕਰ ਰਿਹਾ। ਅਸੀਂ ਪਿਓਰ ਇਹ ਕੰਮ ਕਰ ਰਹੇ ਹਾਂ ਤੇ ਕੋਸ਼ਿਸ਼ ਹੈ ਵੀ ਆ ਸਾਰੀਆਂ ਡੇਰੇਦਾਰੀਆਂ ਦਾ ਵਿਰੋਧ ਵੀ ਅਸੀਂ ਓਪਨਲੀ ਕਰਦੇ ਹਾਂ, ਕਿਉਂਕਿ ਅਸੀਂ ਸਿੱਖ ਰਹਿਤ ਮਰਜ਼ਾਦਾ ਦੇ ਮੁਤਾਬਕ, ਅਕਾਲ ਤਖਤ ਦੇ ਮੁਤਾਬਕ ਕੰਮ ਕਰਦੇ ਹਾਂ। ਸਾਨੂੰ ਇਹ ਲੱਗਦਾ ਪੰਥ ਨੂੰ ਉਹੀ ਇਕੱਠਾ ਰੱਖ ਸਕਦੀ ਹੈ, ਤੇ ਨਹੀਂ ਤਾਂ ਫਿਰ ਇਹ ਡੇਰੇਦਾਰੀਆਂ, ਸੰਪਰਦਾਵਾਂ ਇਹ ਵੀ ਇਹਨੂੰ ਤੋੜ ਕੇ ਟੁਕੜਿਆਂ ਵਿੱਚ ਕਰਤਾ ਤੇ ਹੋਰ ਕਰ ਦੇਣਗੀਆਂ। ਤੇ ਇਹ ਤਾਂ ਇਹਨਾਂ ਤੋਂ ਵੀ ਬਚਾਉਣਾ ਹੈ। ਇਸ ਕਰਕੇ ਹੁਣ ਸਵਾਲ ਤਾਂ ਇਹਨੂੰ ਬਚਾਉਣ ਦਾ ਹੋਇਆ ਪਿਆ, ਪੰਥ ਨੂੰ ਤੇ ਗ੍ਰੰਥ ਨੂੰ ਤੇ ਸਿੱਖ ਪਹਿਚਾਣ ਨੂੰ ਅਸੀਂ ਤਾਂ ਇਸ ਲੈਵਲ ਤੇ ਲੈ ਰਹੇ ਹਾਂ। ਇਹਦੇ ਵਿੱਚ ਕੋਈ ਐਸਜੀਪੀਸੀ ਦਿੱਲੀ ਕਮੇਟੀ ਬਾਰੇ ਤਾਂ ਤੁਸੀਂ ਕਹਿਤਾ, ਉਹਦਾ ਕੋਈ ਸਹਿਯੋਗ ਹੈਗਾ? ਕੋਈ ਸਹਿਯੋਗ ਨਹੀਂ। ਪਹਿਲੇ ਵੇਲੇ 'ਚ ਤਾਂ ਜਿਹੜਾ ਪਹਿਲਾ 100 ਸਾਲਾ ਮਨਾਇਆ ਸੀ, ਉਹਦੇ ਵਿੱਚ ਤਾਂ ਟੌੜਾ ਸਾਹਿਬ ਗੁਰਦੁਆਰਾ ਐਸਜੀਪੀਸੀ ਦੇ ਪ੍ਰਧਾਨ ਸੀ, ਖੁਦ ਆਏ ਸੀ, ਔਰ ਹੁਕਮ ਸਿੰਘ ਉਸ ਸ਼ਤਾਬਦੀ ਕਮੇਟੀ ਦਾ ਚੇਅਰਮੈਨ ਸੀ ਉਹਨਾਂ ਦਿਨਾਂ ਵਿੱਚ, ਸਪੀਕਰ ਲੋਕ ਸਭਾ ਦੇ, ਉਹਨਾਂ ਦਾ ਸਪੀਕਰ ਉਹ ਸਾਰੇ ਸੀ। ਉਦੋਂ ਬਹੁਤ ਵੱਡੇ ਲੈਵਲ ਤੇ ਕੀਤਾ ਸੀ। ਹੁਣ ਤੁਸੀਂ ਇਹ ਦੇਖ ਲਓ, ਉਹਨਾਂ ਦਾ ਸੱਤਾ ਜਾਂ ਪੋਲੀਟਿਕਸ ਤੋਂ ਪਾਸੇ ਦਾ ਕੋਈ ਕਿਸੇ ਪਾਸੇ ਰੁਝਾਨ ਨਹੀਂ। ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਸਾਰਾ ਕੁਝ ਹੋ ਰਿਹਾ, ਕੋਈ ਇਹਦੇ ਵਿੱਚ ਉਹਨਾਂ ਦਾ ਧਿਆਨ ਨਹੀਂ, ਨਾ ਮਨਾਉਣਾ ਚਾਹੁੰਦੇ ਆ। ਹਾਲਾਂਕਿ ਇਹ ਸਿੰਘ ਸਭਾ ਲਹਿਰ ਦੇ ਵਿੱਚੋਂ ਹੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲੀ, ਉਸੇ ਵਿੱਚੋਂ ਹੀ ਅਕਾਲੀ ਦਲ ਨਿਕਲਿਆ ਸੀ। ਇਹ ਸਾਰਾ ਕੁਛ ਹੀ ਉਸੇ ਵਿੱਚੋਂ ਹੀ ਸਾਰਾ ਜਿਹੜਾ ਦਾਰੋਮਦਾਰ ਨਿਕਲਿਆ। ਨਹੀਂ ਤਾਂ ਹੁਣ ਨੂੰ ਡੇਰੇਦਾਰੀਆਂ ਨੇ ਕਬਜ਼ਾ ਕਰ ਲੈਣਾ ਸੀ। ਐਸਜੀਪੀਸੀ ਨਾ ਨਿਕਲਦੀ ਜਾਂ ਅਕਾਲੀ ਦਲ ਨਾ ਹੁੰਦਾ ਤਾਂ ਸਾਰੇ ਵੱਖਰੇ ਹਰੇਕ ਗੁਰਦੁਆਰੇ ਦਾ ਵੱਖਰਾ ਡੇਰਾ ਬਣਿਆ ਹੋਣਾ ਸੀਗਾ, ਤੇ ਜਿਸ ਤਰੀਕੇ ਦਾ ਦੂਜੇ ਧਰਮਾਂ 'ਚ ਕਈਆਂ 'ਚ ਹੋਇਆ। ਤੇ ਇਸ ਕਰਕੇ ਇਹਦੇ ਬਾਵਜੂਦ ਵੀ ਉਹ ਕੋਈ ਉਹਨਾਂ ਨੂੰ ਧਿਆਨ ਨਹੀਂ, ਨਾ ਅਸੀਂ ਉਹਨਾਂ ਕੋਲ ਉਮੀਦ ਰੱਖਦੇ। ਪਰ ਜਿਹੜਾ ਸਿੱਖੀ ਦਾ ਸਭ ਤੋਂ ਵੱਡਾ ਜਿਹੜਾ ਕੇਂਦਰ ਹੈ ਉਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ। ਉਹਦੇ ਵਿੱਚ ਵੀ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਣ 'ਚ ਆਇਆ ਬਹੁਤ ਸਾਰੇ ਨਗਾਰ ਆਏ ਆ। ਨਗਾਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਿੰਨੀਆਂ ਭੀੜਾਂ ਉੱਥੋਂ ਲਾਪਤਾ ਹੋਈਆਂ, ਕਿਵੇਂ ਕਿਤੇ ਲੰਗਰ ਦੇ ਜਿਹੜਾ ਸਾਜੋ ਸਮਾਨ ਆ, ਰਸਦ ਖਰੀਦੀ ਜਾਂਦੀ, ਉਹਦੇ 'ਚ ਕਿਵੇਂ ਹੇਰਾ ਫੇਰੀਆਂ ਹੋਈਆਂ, ਕਈ ਕੁਝ ਆਇਆ। ਉਹਦੇ ਨਾਲ ਹੀ ਮੈਨੂੰ ਲੱਗਦਾ ਵੀ ਸਾਰੀ ਮੂਵਮੈਂਟ ਜਿਹੜੀ ਆ ਉਹ ਵਿਖਰੀ ਹੈ। ਤੇ ਜੇ ਦੋਨਾਂ ਦੇ ਵਿੱਚ ਕੋਈ ਨੇੜਤਾ ਹੋਵੇ, ਕੋਈ ਇਸ ਕਿਸਮ ਦਾ ਕੰਮ ਨਹੀਂ ਹੋ ਸਕਦਾ ਤਾਂ ਕਿ ਇਸ ਲਹਿਰ ਦੇ ਜਿਹੜਾ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਮਦਦ ਮਿਲ ਸਕੇ। ਇਹ ਤਾਂ ਬਿਲਕੁਲ ਆਦਰਸ਼ਵਾਦੀ ਹਾਲਾਤ ਤਾਂ ਸਿਚੁਏਸ਼ਨ ਇਹੀ ਹੈ, ਹਾਲਾਤ ਇਹੀ ਬਣਦੇ ਆ ਵੀ ਆਪਸ ਵਿੱਚ ਦੀ ਤਾਲਮੇਲ ਹੋਵੇ। ਸਵਾਲ ਹੈ ਵੀ ਉਹ ਪਿੱਛੇ ਰਹਿ ਗਈ ਹੈ, ਉਸੇ ਚੋਂ ਸਾਨੂੰ ਹੋਰ ਜ਼ਿਆਦਾ ਕੰਮ ਕਰਨਾ ਪਊ ਤੇ ਹੋਰ ਜ਼ਿਆਦਾ ਤਿੱਖੇ ਤਰੀਕੇ ਨਾਲ ਇਹ ਪਹਿਚਾਣ ਨੂੰ ਖੜਾ ਕਰਨਾ ਪਊਗਾ। ਉਹਦਾ ਤਾਂ ਕੋਈ ਕਲੀਅਰ ਹੀ ਹੈ ਸਾਰਾ ਕੁਝ ਵੀ ਉਹਦੇ ਤੇ ਇੱਕ ਪਰਿਵਾਰ ਤੱਕ ਦਾ ਕਬਜ਼ਾ ਹੋ ਗਿਆ। ਤੇ ਜਦੋਂ ਉਹ ਨਾ ਇਲੈਕਸ਼ਨ ਹੁੰਦੀ ਹੈ, ਉਹਦਾ ਕੋਈ ਨਾ ਕੋਈ ਕਿਸੇ ਮੌਕੇ ਤੇ ਜ਼ਰੂਰ ਸਿੱਖ ਉਹਦਾ ਬਦਲ ਲੱਭ ਲੈਣਗੇ ਤੇ ਲੱਭੀ ਜਾਂਦੇ ਆ। ਤੇ ਲੋਕ ਬੜੀ ਕੋਸ਼ਿਸ਼ ਕਰ ਰਹੇ ਵੀ ਇਹਨਾਂ ਨੂੰ ਕਿਵੇਂ ਇਸ ਨੂੰ ਲਾਹਿਆ ਜਾਵੇ, ਕੋਈ ਨਾ ਕੋਈ ਤਰੀਕਾ ਨਿਕਲੂ, ਕਿਉਂਕਿ ਇਹ ਸਾਰੀ ਗੱਲ ਇੰਡੀਅਨ ਸਟੇਟ ਜਾਂ ਦਿੱਲੀ ਸਰਕਾਰਾਂ ਨਾਲ ਜੁੜ ਗਈ ਆ। ਤੇ ਉਹਦੇ ਵਿੱਚ ਜੇ ਤਬਦੀਲੀ ਆ ਗਈ, ਉਦੋਂ ਹੀ ਇੱਥੇ ਤਬਦੀਲੀ ਆ ਜਾਣੀ। ਉਹਨਾਂ ਚਿਰ ਹਜੇ ਕੋਈ ਨਹੀਂ ਆਉਣੀ ਐਸਜੀਪੀਸੀ ਦੇ ਵਿੱਚ। ਤੇ ਇਸ ਕਰਕੇ ਇਹ ਸਾਰਾ ਕੁਝ ਉਸ ਲੈਵਲ ਤੇ ਜੁੜ ਚੁੱਕਿਆ ਹੈ। ਮੈਂ ਇੱਕ ਸਵਾਲ ਪੁੱਛ, ਕੇਂਦਰੀ ਸਿੰਘ ਸਭਾ ਜਿਹੜੀ ਲਹਿਰ ਹੈ, ਇਹਦੇ ਵਿੱਚ ਇਸ ਵੇਲੇ ਇਹਦੇ ਕੋਈ ਮੈਂਬਰਸ਼ਿਪ ਕੀ ਹੈ, ਕੀ ਹਿਸਾਬ ਕਿਤਾਬ, ਕਿ ਇਹਦਾ ਜਥੇਬੰਦਕ ਢਾਂਚਾ ਕੀ ਹੈ? ਜਥੇਬੰਦਕ ਸਾਡੀ ਸ਼ਤਾਬਦੀ ਜਿਹੜੀ ਕਮੇਟੀ ਬਣਾਈ ਆ, ਉਹਦੇ 'ਚ 100-150 ਬੰਦਾ ਅਸੀਂ ਜਿਹੜਾ ਸਿੱਖ ਬੁੱਧੀਜੀਵੀ ਹੈ ਤੇ ਸਿੱਖ ਧਾਰਮਿਕ ਲੈਵਲ ਦੀਆਂ ਹਸਤੀਆਂ, ਉਹ ਸਾਰਾ ਅਸੀਂ ਇੰਨੀ ਵੱਡੀ ਅਸੀਂ ਸ਼ਤਾਬਦੀ ਕਮੇਟੀ ਬਣਾਈ ਹੈ। ਗਿਆਨੀ ਕੇਵਲ ਸਿੰਘ ਇਹਨੂੰ ਕੋਆਰਡੀਨੇਟ ਕਰ ਰਹੇ ਆ, ਜਥੇਦਾਰ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ, ਤੇ ਉਹ ਕਰ ਰਹੇ, ਕੋਆਰਡੀਨੇਟ ਕਰ ਰਹੇ। ਉਹਦੇ ਥੱਲੇ ਅਸੀਂ
ਸਾਰੀ ਸਾਡੀ ਕੋਸ਼ਿਸ਼ ਹੈ ਵੀ ਜਿੰਨੇ ਵੀ ਸਿੰਘ ਸਭਾ ਨਾਲ ਜੁੜੇ ਹੋਏ ਅਦਾਰਿਆਂ ਦੇ ਕੋਈ ਮਹੱਤਵਪੂਰਨ ਹਸਤੀਆਂ ਉਹਨਾਂ ਨੂੰ ਜੋੜ ਕੇ ਅਸੀਂ ਇੱਕ ਸ਼ਤਾਬਦੀ ਕਮੇਟੀ ਬਣਾਈ ਹੈ। ਉਸ ਕਮੇਟੀ ਦੇ ਵਿੱਚੋਂ ਛੋਟੀਆਂ ਕਮੇਟੀਆਂ ਲੋੜ ਮੁਤਾਬਕ ਖੜੀਆਂ ਕੀਤੀਆਂ ਜਾਣਗੀਆਂ। ਤੇ ਇਹਦੇ ਤੋਂ ਮਨਾਉਣ ਤੋਂ ਅੱਗੇ ਇਹਨੂੰ ਫਿਊਚਰ ਦੇ ਵਿੱਚ ਸ਼ਤਾਬਦੀ ਮਨਾਉਣਾ ਇੱਕ ਪੱਖ ਹੋ ਗਿਆ, ਸ਼ਤਾਬਦੀ ਤੋਂ ਅੱਗੇ ਜਿਹੜਾ ਕੰਮ ਆ ਉਹ ਕਿਵੇਂ? ਦੇਖੋ ਇਸ ਸ਼ਤਾਬਦੀ ਵਿੱਚੋਂ ਜਿਹੜਾ ਕੁਝ ਨਿਕਲਿਆ ਵੀ ਕਿਸ ਕਿਸਮ ਦਾ ਅੱਗੇ ਅਸੀਂ ਦੇਖੋ, ਸਾਡੀ ਜਿਹੜੀ ਕੋਸ਼ਿਸ਼ ਹੈ ਵੀ ਅੱਜ ਸਾਰੇ ਸੈਟਅਪ ਦੇ ਵਿੱਚ ਕੌਮੀ ਤੇ ਜਿਹੜਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਜਿਹੜਾ ਸਾਰਾ ਸੰਬੰਧ ਆ ਉਹਦੇ ਵਿੱਚ ਸਿੱਖਾਂ ਦੀ ਪਲੇਸ ਕੀ ਹੈ, ਧਰਮ ਦਾ ਸਥਾਨ ਕੀ ਹੈ, ਧਰਮ ਨੂੰ ਕਿਵੇਂ ਅੱਗੇ ਲਿਜਾਉਣਾ ਜਾਂ ਬਚਾਉਣਾ ਕਿਵੇਂ ਹੈ, ਇਹ ਸਾਰੇ ਦੇ ਵਿੱਚੋਂ ਜਿਹੜਾ ਵੀ ਸਾਡੇ ਜੋ ਟਾਸਕ ਨਿਕਲਿਆ ਇਸ ਸਾਲ ਦੇ ਵਿੱਚੋਂ ਅਸੀਂ ਤਾਂ ਫਿਰ ਕੇਂਦਰੀ ਸਿੰਘ ਸਭਾ ਦੀ ਇੱਕ ਕਮੇਟੀ ਬਣੂਗੀ, ਸਾਰੀਆਂ ਕਮੇਟੀਆਂ ਅਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਅੱਗੇ ਇਸ ਟਾਸਕ ਨੂੰ ਪੂਰਾ ਕਰਨ ਦਾ ਕੰਮ ਕਰੇਗੀ ਔਰ ਇਹੀ ਉਹਦੀ ਜ਼ਿੰਮੇਵਾਰੀ ਹੋਵੇਗੀ। ਸੋ ਜਸਪਾਲ ਸਿੰਘ ਜੀ, ਸਾਡੇ ਸ਼ੋਅ 'ਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਇੱਥੇ ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ